ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਅੱਜ ਆਪਣਾ ਜੋ ਟੌਪਿਕ ਹੈ ਜਿਸ 'ਤੇ ਆਪਾਂ ਡਿਸਕਸ ਕਰਾਂਗੇ ਉਹ ਹੈ ਭਾਸ਼ਾ, ਉਸਦਾ ਅਰਥ ਅਤੇ ਪ੍ਰਕਿਰਤੀ, ਜਿਸ ਵਿੱਚ ਅਸੀਂ ਗੱਲ ਕਰਾਂਗੇ ਭਾਸ਼ਾ ਕੀ ਹੁੰਦੀ ਹੈ ਜਾਂ ਭਾਸ਼ਾ ਬਾਰੇ ਕੋਈ ਪਰਿਭਾਸ਼ਾਵਾਂ ਜੋ ਵੱਖ-ਵੱਖ ਵਿਦਵਾਨਾਂ ਨੇ ਦਿੱਤੀਆਂ ਆਪਾਂ ਉਹਨਾਂ 'ਤੇ ਵੀ ਗੱਲ ਕਰਾਂਗੇ। ਨਾਲ ਹੀ ਭਾਸ਼ਾ ਦੇ ਜਿਹੜੇ ਕਿਹੜੇ ਰੂਪ ਨੇ, ਇਸ ਦੀ ਪ੍ਰਕਿਰਤੀ ਨੂੰ ਆਪਾਂ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਜਿਹੜੀ ਅਸੀਂ ਗੱਲ ਕਰਾਂਗੇ ਭਾਸ਼ਾ ਦਾ ਅਰਥ। ਭਾਸ਼ਾ ਦਾ ਅਰਥ ਕੀ ਹੁੰਦਾ ਹੈ ਉਹ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਟਾਰਟ ਕਰਦੇ ਹਾਂ। ਕਹਿੰਦੇ ਭਾਸ਼ਾ ਇੱਕ ਧੁਨੀ ਸਮੂਹ ਹੈ ਜਿਸ ਦੇ ਉਚਾਰਨ ਜਾਂ ਲਿਪੀਬੰਧ ਰੂਪ ਦੁਆਰਾ ਮਨੁੱਖ ਆਪਣੇ ਭਾਵਾਂ ਅਤੇ ਵਿਚਾਰਾਂ ਨੂੰ ਪ੍ਰਗਟ ਕਰਦਾ ਹੈ। ਕਹਿੰਦੇ ਜੇ ਆਪਾਂ ਆਮ ਤੌਰ 'ਤੇ ਗੱਲ ਕਰੀਏ ਵੀ ਸਧਾਰਨ ਤੌਰ 'ਤੇ ਅਸੀਂ ਭਾਸ਼ਾ ਸ਼ਬਦ ਦਾ ਪ੍ਰਯੋਗ ਕਰਦੇ ਹੈਗੇ ਹਾਂ ਵਿਚਾਰਾਂ ਜਾਂ ਭਾਵਾਂ ਦੇ ਪ੍ਰਗਟਾਅ ਲਈ ਵਰਤੇ ਜਾਂਦੇ ਉਹ ਸਾਰੇ ਸਾਧਨ ਜਿਨ੍ਹਾਂ ਦੇ ਰਾਹੀਂ ਜਿਹੜਾ ਮਨੁੱਖ ਆਪਸ ਵਿੱਚ ਜਿਹੜਾ ਵਿਚਾਰ ਵਟਾਂਦਰਾ ਕਰਦਾ ਹੈ, ਜਿਨ੍ਹਾਂ ਧੁਨੀ ਸੰਕੇਤਾਂ ਨੂੰ ਅਸੀਂ ਅਪਣਾਉਂਦੇ ਹਾਂ ਉਹ ਸਾਰੇ ਭਾਸ਼ਾ ਕਹਾਉਂਦੇ ਆ। ਕਹਿੰਦੇ ਪਸ਼ੂ ਅਤੇ ਜਿਹੜੇ ਪੰਛੀ ਹੁੰਦੇ ਆ ਜਿਸ ਧੁਨੀ ਦਾ ਪ੍ਰਯੋਗ ਕਰਦੇ ਆ ਆਪਣੀਆਂ ਭਿੰਨ ਭਾਵਾਂ ਨੂੰ ਪ੍ਰਗਟਾਉਂਦੇ ਆ ਉਹ ਪਸ਼ੂਆਂ ਦੀ ਭਾਸ਼ਾ ਆਪਾਂ ਜਾਂ ਪੰਛੀਆਂ ਦੀ ਭਾਸ਼ਾ ਆਪਾਂ ਉਸ ਨੂੰ ਕਹਿ ਦਿੰਦੇ ਹਾਂ। ਉਸ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਜੇ ਮਨੁੱਖੀ ਜੀਵਨ ਦੇ ਵਿੱਚ ਜੇ ਗੱਲ ਕਰੀਏ ਭਾਸ਼ਾ ਦਾ ਕੀ ਰੋਲ ਹੈ, ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਮਨੁੱਖ ਇੱਕ ਸਮਾਜਿਕ ਪ੍ਰਾਣੀ ਆ, ਤਾਂ ਸਮਾਜ ਦੇ ਵਿੱਚ ਰਹਿੰਦੇ ਹੋਏ ਹਰ ਇੱਕ ਮੈਂਬਰ ਜੋ ਵੀ ਸਮਾਜ ਦੇ ਵਿੱਚ ਰਹਿੰਦਾ, ਜੋ ਸਮਾਜ ਦਾ ਇੱਕ ਹਿੱਸਾ ਹੈ, ਉਹਨਾਂ ਦੇ ਵਿਚਕਾਰ ਇੱਕ ਵਿਚਾਰਾਂ ਦਾ ਆਦਾਨ ਪ੍ਰਦਾਨ ਚੱਲਦਾ ਰਹਿੰਦਾ ਹੈ। ਤਾਂ ਵਿਆਪਕ ਰੂਪ ਦੇ ਵਿੱਚ ਜੇ ਗੱਲ ਕਰੀਏ ਤਾਂ ਭਾਸ਼ਾ ਉਹਨਾਂ ਸਾਰੇ ਸਾਧਨਾਂ ਨੂੰ ਕਹਿੰਦੇ ਆ ਜੋ ਮਾਨਵ ਸਮਾਜ ਵਿੱਚ ਵਿਚਾਰ ਵਟਾਂਦਰੇ ਲਈ ਵਰਤਦਾ ਹੋ, ਜਾਂ ਮਨੁੱਖ ਦੇ ਹੱਥ ਪੈਰ ਅਤੇ ਹੋਰ ਅੰਗਾਂ ਦੀਆਂ ਕਿਰਿਆਵਾਂ ਵੀ ਸ਼ਾਮਲ ਹੁੰਦੀਆਂ। ਅਤੇ ਆਪਾਂ ਇੱਥੇ ਹੁਣ ਗੱਲ ਕਰਦੇ ਹਾਂ ਮੁੱਖ ਤੌਰ 'ਤੇ ਅਸੀਂ ਇਹਨਾਂ ਜਿਹੜੀਆਂ ਧੁਨੀਆਂ ਜਿਨ੍ਹਾਂ ਦੇ ਆਧਾਰ 'ਤੇ ਅਸੀਂ ਕਿਸੇ ਪ੍ਰਤੀਨਿਧ ਲਿਪੀ ਵਿੱਚ ਅੱਖਰਾਂ ਦਾ ਜਿਹੜਾ ਕੰਮ ਲਿਆ ਜਾਂਦਾ ਹੈ ਤਾਂ ਉਹਨਾਂ ਧੁਨੀਆਂ ਸਮੂਹਾਂ ਨੂੰ ਆਪਾਂ ਭਾਸ਼ਾ ਕਹਿੰਦੇ ਹਾਂ, ਕਿਉਂਕਿ ਇਸ ਦੀ ਸਹਾਇਤਾ ਨਾਲ ਹੀ ਜਿਹੜਾ ਮਨੁੱਖ ਉਹ ਆਪਦੇ ਭਾਵਾਂ ਨੂੰ ਪ੍ਰਗਟਾਉਂਦਾ ਹੈ ਅਤੇ ਕਿਸੇ ਭਾਸ਼ਾ ਦੇ ਰੂਪ ਨੂੰ ਵਿਚਾਰ ਅਧੀਨ ਜਿਹੜਾ ਲਿਆਂਦਾ ਜਾਂਦਾ ਹੈ। ਫਿਰ ਇਹਦੇ ਵਿੱਚ ਆਪਾਂ ਹੁਣ ਇੱਕ ਡੈਫੀਨੇਸ਼ਨ ਪੜ੍ਹਦੇ ਹਾਂ ਪਤੰਜਲੀ ਮੁਨੀ ਦੀ। ਪਤੰਜਲੀ ਮੁਨੀ ਕੀ ਕਹਿੰਦੇ ਆ, ਕਹਿੰਦੇ ਜਿਸ ਨਾਲ ਅਸੀਂ ਆਪਣੇ ਵਿਚਾਰਾਂ ਨੂੰ ਸਪਸ਼ਟ ਸ਼ਬਦਾਂ ਦੁਆਰਾ ਪ੍ਰਗਟ ਕਰਦੇ ਹਾਂ ਉਹ ਕੀ ਹੈ, ਭਾਸ਼ਾ ਹੈ। ਸੋ ਸਧਾਰਨ ਸ਼ਬਦਾਂ ਵਿੱਚ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਭਾਸ਼ਾ ਇੱਕ ਧੁਨੀ ਸਮੂਹ ਹੈ ਅਤੇ ਜਿਸ ਦਾ ਉਚਾਰਨ ਜਾਂ ਇੱਕ ਲਿਪੀਬੰਧ ਰੂਪ ਨਾਲ ਮਨੁੱਖ ਆਪਣੇ ਭਾਵਾਂ ਨੂੰ ਪ੍ਰਗਟ ਕਰਦਾ ਹੈ। ਤਾਂ ਇੱਕ ਹੋਰ ਵੀ ਹੈਗੇ ਨੇ ਭਾਸ਼ਾ ਵਿਗਿਆਨੀ ਸਵੀਟ ਕੀ ਕਹਿੰਦੇ ਆ, ਉਹ ਕਹਿੰਦੇ ਭਾਸ਼ਾ ਧੁਨੀਆਂ ਦੁਆਰਾ ਮਾਨਵ ਦੇ ਭਾਵਾਂ ਦਾ ਪ੍ਰਗਟਾਅ ਹੁੰਦਾ ਹੈ। ਤਾਂ ਸੋ ਆਪਾਂ ਗੱਲ ਕਰ ਸਕਦੇ ਹਾਂ ਵੀ ਭਾਸ਼ਾ ਨੂੰ ਆਪਾਂ ਜਿਹੜੇ ਭਾਸ਼ਾ ਨੂੰ ਉਚਾਰਨ ਅੰਗਾਂ ਤੋਂ ਉਚਰਿਤ ਉਹਨਾਂ ਧੁਨੀ ਪ੍ਰਤੀਕਾਂ ਦਾ ਵੀ ਪ੍ਰਬੰਧ ਕਿਹਾ ਜਾ ਸਕਦਾ ਹੈ ਜੋ ਸਮਾਜ ਦੇ ਲੋਕ ਆਪਸ ਵਿੱਚ ਭਾਵਾਂ ਅਤੇ ਵਿਚਾਰਾਂ ਦੇ ਆਦਾਨ ਪ੍ਰਦਾਨ ਲਈ ਕਰਦੇ ਆ, ਮਤਲਬ ਆਪਣੇ ਜਿਹੜੇ ਵਿਚਾਰ ਹੈ ਦੂਸਰੇ ਪਰਸਨ ਤੱਕ ਪਹੁੰਚਾਉਣ ਲਈ ਕਰਦੇ ਆ। ਸੋ ਹੁਣ ਅਸੀਂ ਨੈਕਸਟ ਗੱਲ ਕਰਦੇ ਹੈਗੇ ਹਾਂ ਵੀ ਜਿਹੜੀ ਵਿਵਹਾਰਿਕ ਦ੍ਰਿਸ਼ਟੀ ਦੇ ਤੌਰ 'ਤੇ ਜੇ ਅਸੀਂ ਦੇਖੀਏ ਭਾਸ਼ਾ ਨੂੰ ਅਸੀਂ ਕਿਹੜੇ ਵਰਗਾਂ 'ਚ ਵੰਡਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਜੇ ਗੱਲ ਕਰੀਏ ਇੱਕ ਹੁੰਦੀ ਹੈ ਮੂਲ ਭਾਸ਼ਾ। ਠੀਕ ਹੈ, ਆਪਾਂ ਇੱਥੇ ਕੀ ਗੱਲ ਕਰਦੇ ਹਾਂ ਮੂਲ ਭਾਸ਼ਾ ਦੀ। ਮੂਲ ਭਾਸ਼ਾ ਕੀ ਹੈ, ਉਹ ਕਹਿੰਦੇ ਕੁਝ ਭਾਸ਼ਾਵਾਂ ਉਹ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਪੁਰਾਤਨ ਕਹਿ ਸਕਦੇ ਹਾਂ, ਪੁਰਾਤਨ ਭਾਸ਼ਾਵਾਂ ਉਹਨਾਂ ਨੂੰ ਮੂਲ ਭਾਸ਼ਾਵਾਂ ਕਿਹਾ ਜਾਂਦਾ ਹੈ। ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਭਾਸ਼ਾ ਦੀ ਮੁੱਢਲੀ ਇਕਾਈ ਹੁੰਦੀ ਹੈ ਕੋਈ, ਜਾਂ ਜਿਹੜੀ ਜਨਮ ਦਾਤੀ ਹੁੰਦੀ ਹੈ ਉਹ ਭਾਸ਼ਾ ਮੂਲ ਭਾਸ਼ਾ ਹੁੰਦੀ ਹੈ। ਜੇ ਆਪਾਂ ਭਾਰਤ ਦੀ ਗੱਲ ਕਰੀਏ ਵੀ ਭਾਰਤ ਦੀ ਜਿਹੜੀ ਮੂਲ ਭਾਸ਼ਾ ਉਹ ਕਿਹੜੀ ਹੈ, ਉਹ ਸੰਸਕ੍ਰਿਤ ਹੈ। ਠੀਕ ਹੈ, ਕਿਉਂਕਿ ਉੱਤਰੀ ਭਾਰਤ ਦੀਆਂ ਆਰੀਆਂ ਭਾਸ਼ਾਵਾਂ ਦੀ ਮੂਲ ਭਾਸ਼ਾ ਜਿਹੜੀ ਹੈ ਆਪਾਂ ਸੰਸਕ੍ਰਿਤ ਨੂੰ ਮੰਨਦੇ ਹਾਂ, ਤਾਂ ਜਿਹਨੂੰ ਅਸੀਂ ਕਹਿ ਸਕਦੇ ਹਾਂ ਵੀ ਜੋ ਜਨਮਦਾਤੀ ਹੈ, ਜੋ ਭਾਸ਼ਾ ਦੀ ਮੁੱਢਲੀ ਇਕਾਈ ਹੈ ਅਤੇ ਪੁਰਾਤਨ ਭਾਸ਼ਾ ਹੁੰਦੀ ਹੈ। ਨੈਕਸਟ ਹੈਗਾ ਰਾਸ਼ਟਰੀ ਭਾਸ਼ਾ। ਰਾਸ਼ਟਰੀ ਭਾਸ਼ਾ ਹੁੰਦੀ ਹੈਗੀ ਹੈ ਕਹਿੰਦੇ ਕਿਸੇ ਵੀ ਰਾਸ਼ਟਰ ਦੇ ਨਿਰਮਾਣ ਵਿਕਾਸ ਅਤੇ ਉਸ ਵਿੱਚ ਏਕਤਾ ਕਾਇਮ ਕਰਨ ਲਈ ਇਹ ਜ਼ਰੂਰੀ ਹੈ ਰਾਸ਼ਟਰੀ ਭਾਸ਼ਾ। ਆਮ ਤੌਰ 'ਤੇ ਕਹਿੰਦੇ ਇਹ ਭਾਸ਼ਾ ਉਹ ਹੁੰਦੀ ਹੈ ਜਿਹਦਾ ਪ੍ਰਯੋਗ ਰਾਸ਼ਟਰ ਦੇ ਲੋਕ ਜਿਹੜੇ ਵਧੇਰੇ ਕਰਦੇ ਆ। ਜ਼ਿਆਦਾਤਰ ਇਹਦਾ ਜਿਹੜਾ ਪ੍ਰਯੋਗ ਹੁੰਦਾ ਦਫ਼ਤਰੀ ਕੰਮਾਂ ਦੇ ਲਈ ਜ਼ਿਆਦਾ ਹੁੰਦਾ ਅਤੇ ਅਮੀਰ ਭਾਸ਼ਾ ਇਹ ਹੁੰਦੀ ਹੈ। ਅਤੇ ਭਾਰਤੀ ਸੰਵਿਧਾਨ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਆਪਣੀ ਹਿੰਦੀ ਭਾਸ਼ਾ ਜਿਹੜੀ ਰਾਸ਼ਟਰੀ ਭਾਸ਼ਾ ਦਾ ਉਹਨੂੰ ਦਰਜਾ ਪ੍ਰਦਾਨ ਹੈ। ਅਤੇ ਜਿਹੜੀ ਭਾਰਤ ਦੀ ਜਿਹੜੀ ਜਨਤਾ ਉਹ ਹਿੰਦੀ ਨੂੰ ਜ਼ਿਆਦਾ ਜਾਣਦੀ ਅਤੇ ਸਮਝਦੀ ਹੈ, ਕਿਉਂਕਿ ਅਲੱਗ-ਅਲੱਗ ਰਾਜਾਂ ਦੇ ਵਿੱਚ ਤਾਂ ਅਲੱਗ-ਅਲੱਗ ਉਪ ਬੋਲੀਆਂ ਜਿਹੜੀਆਂ ਬੋਲੀਆਂ ਜਾਂਦੀਆਂ ਉਪ ਭਾਸ਼ਾ, ਪਰ ਜੇ ਸਾਂਝੇ ਤੌਰ 'ਤੇ ਅਸੀਂ ਰਾਸ਼ਟਰੀ ਭਾਸ਼ਾ ਉਹ ਸਾਡੀ ਹਿੰਦੀ ਹੈ। ਉਸ ਤੋਂ ਬਾਅਦ ਆ ਗਈ ਅੰਤਰਰਾਸ਼ਟਰੀ ਭਾਸ਼ਾ। ਅੰਤਰਰਾਸ਼ਟਰੀ ਭਾਸ਼ਾ ਮਤਲਬ ਕਿ ਜਿਹੜੀ ਕਿ ਦੂਸਰੇ ਰਾਸ਼ਟਰਾਂ ਵਿੱਚ ਪ੍ਰਚਲਿਤ ਅਤੇ ਹਰਮਨ ਪਿਆਰੀ ਹੋ ਜਾਵੇ, ਮਤਲਬ ਕਿਸੇ ਰਾਸ਼ਟਰ ਦੀ ਭਾਸ਼ਾ ਹੋਵੇ ਅਤੇ ਉਹ ਹੋਰ ਜਿਹੜੇ ਦੂਸਰੇ ਰਾਸ਼ਟਰਾਂ ਵਿੱਚ ਵੀ ਪ੍ਰਚਲਿਤ ਹੋ ਜਾਵੇ, ਤਾਂ ਜਿਸ ਦਾ ਪ੍ਰਯੋਗ ਆਪਾਂ ਕਹਿ ਸਕਦੇ ਹਾਂ ਦੂਸਰੇ ਰਾਸ਼ਟਰ ਆਪਣੇ ਵਿਚਾਰਾਂ ਅਤੇ ਭਾਵਾਂ ਦੇ ਪ੍ਰਗਟ ਲਈ ਕਰਨ ਲੱਗ ਜਾਣ।
ਜਿਵੇਂ ਹੁਣ ਅੱਜ ਕੱਲ੍ਹ ਆਪਾਂ ਗੱਲ ਕਰੀਏ ਤਾਂ ਜਿਹੜੀ ਸੰਸਾਰ ਵਿੱਚ ਚੱਲ ਰਹੀ ਉਹ ਅੰਗਰੇਜ਼ੀ ਭਾਸ਼ਾ ਹੈ ਅਤੇ ਅੰਤਰਰਾਸ਼ਟਰੀ ਭਾਸ਼ਾ ਹੋਣ ਦਾ ਉਹਨੂੰ ਮਾਣ ਪ੍ਰਾਪਤ ਹੈ, ਕਿਉਂਕਿ ਇਸ ਨਾਲ ਅਸੀਂ ਵਿਗਿਆਨਿਕ ਯੁੱਗ ਦੇ ਵਿੱਚ ਅੰਤਰਰਾਸ਼ਟਰੀ ਸੰਬੰਧ ਕਾਇਮ ਕਰ ਸਕਦੇ ਹਾਂ। ਦੂਸਰੇ ਦੇਸ਼ਾਂ ਦੇ ਨਾਲ ਗੱਲਬਾਤ ਕਰਨ ਲਈ ਇੱਕ ਜਿਹੜੀ ਲਿੰਕ ਲੈਂਗੁਏਜ ਜਿਹਨੂੰ ਕਿਹਾ ਜਾਂਦਾ ਹੈ, ਸੰਬੰਧ ਜੋੜਨ ਵਾਲੀ, ਤਾਂ ਉਹ ਕਿਹੜੀ ਅੰਤਰਰਾਸ਼ਟਰੀ ਭਾਸ਼ਾ ਜਿਹੜੀ ਹੈਗੀ ਆ ਉਹ ਅੰਗਰੇਜ਼ੀ ਭਾਸ਼ਾ ਹੈ। ਨੈਕਸਟ ਹੁੰਦੀ ਹੈ ਸੰਸਕ੍ਰਿਤ ਭਾਸ਼ਾ। ਕਹਿੰਦੇ ਕਿਸੇ ਵੀ ਜਾਤੀ, ਸਮਾਜ ਜਾਂ ਰਾਸ਼ਟਰੀ ਸੰਸਕ੍ਰਿਤੀ ਜਿਸ ਵਿੱਚ ਭਾਸ਼ਾ ਮਤਲਬ ਕਿ ਜਿਹੜੀ ਉਹਦੇ ਨਾਲ ਜੁੜੀ ਹੁੰਦੀ ਹੈ ਉਹ ਸੰਸਕ੍ਰਿਤੀ ਭਾਸ਼ਾ ਹੁੰਦੀ ਹੈ। ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣ ਕਰਕੇ ਜਿਹੜੀ ਸਾਨੂੰ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਉਹਦੇ ਲਈ ਸਾਨੂੰ ਸੰਸਕ੍ਰਿਤ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ। ਅਤੇ ਉਹ ਭਾਰਤ ਵਿੱਚ ਜਿਹੜੀ ਸੰਸਕ੍ਰਿਤੀ ਭਾਸ਼ਾ ਉਹ ਕਿਹੜੀ ਹੈ? ਸੰਸਕ੍ਰਿਤੀ ਆ। ਠੀਕ ਹੈ। ਉਸ ਤੋਂ ਬਾਅਦ ਆ ਗਈ ਪ੍ਰਦੇਸ਼ਿਕ ਭਾਸ਼ਾ, ਜਿਹਨੂੰ ਰਿਲੀਜਨ ਲੈਂਗੁਏਜ ਵੀ ਕਹਿੰਦੇ ਆ, ਅਤੇ ਉਹ ਆਪਾਂ ਕਹਿ ਸਕਦੇ ਹਾਂ ਕਿਸੇ ਪ੍ਰਦੇਸ਼ ਵਿੱਚ ਵਿਸ਼ੇਸ਼ ਜਿਹੜੀ ਵਰਤੀ ਜਾਣ ਵਾਲੀ ਭਾਸ਼ਾ ਨੂੰ ਅਸੀਂ ਪ੍ਰਦੇਸ਼ਿਕ ਭਾਸ਼ਾ ਕਹਿੰਦੇ ਹਾਂ। ਹੁਣ ਇਹਦੇ ਵਿੱਚ ਜਿਵੇਂ ਪੰਜਾਬੀ ਭਾਸ਼ਾ ਹੈ, ਉੱਤਰ ਭਾਸ਼ਾ ਅਤੇ ਪੱਛਮੀ ਪਾਕਿਸਤਾਨ 'ਚ ਇੱਕ ਵਿਸ਼ੇਸ਼ ਖਿੱਤੇ ਵਿੱਚ ਬੋਲੀ ਅਤੇ ਸਮਝੀ ਜਾਂਦੀ ਹੈ। ਤਾਂ ਕੁਛ ਚੀਜ਼ਾਂ ਹੁੰਦੀਆਂ ਵੀ ਪ੍ਰਦੇਸ਼ਿਕ ਭਾਸ਼ਾ ਵਿੱਚ ਕਈ ਤਰ੍ਹਾਂ ਦੀਆਂ ਬੋਲੀਆਂ ਆ ਜਾਂਦੀਆਂ, ਜਿਵੇਂ ਹੁਣ ਪੰਜਾਬੀ ਹੈ, ਪੰਜਾਬੀ ਦੇ ਵਿੱਚ ਅੱਗੇ ਮਾਝੀ ਆ ਗਈ, ਡੋਗਰੀ ਆ ਗਈ, ਪਹਾੜੀ ਆ ਗਈ, ਪੋਠੋਹਾਰੀ ਆ, ਕਈ ਹੈਗੀਆਂ, ਮਤਲਬ ਕਈ ਭਾਸ਼ਾ ਆ ਗਈਆਂ, ਕੁਛ ਪਹਾੜੀ ਵੀ ਆ ਗਈਆਂ, ਕੁਛ ਪਾਕਿਸਤਾਨੀ ਆ ਗਈਆਂ, ਕੁਛ ਪੰਜਾਬੀ ਆ ਗਈਆਂ, ਜਿਨ੍ਹਾਂ ਨੂੰ ਆ ਕੇ ਜਿਹੜੀਆਂ ਪੰਜਾਬ ਦੇ ਵਿੱਚ ਬੋਲੀਆਂ ਜਾਣ ਲੱਗ ਗਈਆਂ, ਮਤਲਬ ਜਿਹੜੀਆਂ ਬਾਹਰਲੇ ਕਿਸੇ ਹੋਰ ਰਿਲੀਜਨ ਤੋਂ ਆ ਜਾਣ ਉਹਨਾਂ ਨੂੰ ਪ੍ਰਦੇਸ਼ਿਕ ਭਾਸ਼ਾ ਕਹਿੰਦੇ ਆ। ਨੈਕਸਟ ਆ ਗਿਆ ਉਪ ਬੋਲੀ। ਉਪ ਬੋਲੀ ਉਹ ਕਹਿੰਦੇ ਕਿਹੜੀ ਹੁੰਦੀ ਹੈ? ਜਿਹੜੀ ਮਤਲਬ ਹੁੰਦੀ ਤਾਂ ਭਾਸ਼ਾ ਦਾ ਰੂਪ ਹੀ ਹੈ, ਪਰ ਕਿਸੇ ਸੀਮਿਤ ਖੇਤਰ ਵਿੱਚ ਜਿਹੜੇ ਰਹਿਣ ਵਾਲੇ ਲੋਕ ਹੁੰਦੇ ਆ ਉਹਨੂੰ ਮੌਖਿਕ ਰੂਪ ਵਿੱਚ ਉਹ ਬੋਲੀ ਜਾਂਦੀ ਹੈ। ਉਹਨੂੰ ਭਾਸ਼ਾ ਦਾ ਆਪਾਂ ਪੂਰਾ ਦਰਜਾ ਨਹੀਂ ਦੇ ਸਕਦੇ, ਮਤਲਬ ਕਿ ਇਸ ਭਾਸ਼ਾ ਦੇ ਅੰਤਰਗਤ ਕਹਿੰਦੇ ਕਾਫੀ ਜਿਹੜੀਆਂ ਉਪ ਬੋਲੀਆਂ ਵਿਕਸਿਤ ਹੋ ਜਾਂਦੀਆਂ। ਜਿਵੇਂ ਹੁਣ ਪੰਜਾਬੀ ਦੇ ਵਿੱਚ ਆਪਾਂ ਮਾਝੀ, ਮਲਵਈ, ਦੁਆਬੀ, ਪੁਆਧੀ, ਪੋਠੋਹਾਰੀ, ਇਹ ਸਾਰੀਆਂ ਉਪ ਬੋਲੀਆਂ। ਅਤੇ ਮਾਤ ਭਾਸ਼ਾ ਤੁਸੀਂ ਸਾਰੇ ਜਾਣਦੇ ਹੋ, ਮਾਤ ਭਾਸ਼ਾ ਦਾ ਅਰਥ ਹੁੰਦਾ ਵੀ ਉਹ ਭਾਸ਼ਾ ਜਿਹੜੀ ਸਾਨੂੰ ਆਪਣੀ ਮਾਂ ਦੀ ਨਕਲ ਕਰਕੇ ਨਿੱਕੇ ਹੁੰਦਿਆਂ ਨੂੰ ਉਹਦੇ ਪਰਿਵਾਰ ਦੇ ਵਿੱਚੋਂ ਅਸੀਂ ਸੁਭਾਵਿਕ ਰੂਪ ਵਿੱਚ ਜਿਹੜਾ ਸਿੱਖਦੇ ਹਾਂ। ਤਾਂ ਉਹਦੇ ਵਿੱਚ ਕੀ ਹੈ, ਜਦੋਂ ਬੱਚਾ ਜਨਮ ਲੈਂਦਾ, ਜਿਸ ਪ੍ਰਾਂਤ ਵਿੱਚ ਜਨਮ ਲੈਂਦਾ, ਉੱਥੋਂ ਜਿਹੜੀ ਵੀ ਉਹ ਖੇਤਰੀ ਭਾਸ਼ਾ ਜਾਂ ਉੱਥੋਂ ਦੇ ਪ੍ਰਦੇਸ਼ ਦੀ ਭਾਸ਼ਾ ਸਿੱਖਦਾ ਹੈਗਾ, ਅਤੇ ਉਹ ਜਿਹੜੀ ਹੁੰਦੀ ਹੈ ਉਹ ਮਾਤ ਭਾਸ਼ਾ ਹੁੰਦੀ ਹੈ। ਜਿਵੇਂ ਹੁਣ ਮੰਨ ਲਓ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ, ਅਤੇ ਜੇ ਪੰਜਾਬ ਦੇ ਵਿੱਚ ਬੱਚਾ ਜਨਮ ਲੈਂਦਾ ਉਸ ਪਰਿਵਾਰ ਵਿੱਚ, ਤਾਂ ਉਹਦੀ ਮਾਤ ਭਾਸ਼ਾ ਪੰਜਾਬੀ ਹੈ, ਕਿਉਂਕਿ ਉਹੀ ਸਿੱਖੂਗਾ ਉਹ। ਜੇ ਹੁਣ ਬੰਗਾਲ ਦੇ ਵਿੱਚ ਬੱਚੇ ਦਾ ਜਨਮ ਹੁੰਦਾ, ਬੰਗਾਲ ਦੇ ਪਰਿਵਾਰਾਂ ਦੇ ਵਿੱਚੋਂ ਬੱਚਾ ਬੰਗਾਲੀ ਸਿੱਖੂਗਾ, ਤਾਂ ਉਹ ਉਹਦੀ ਮਾਤ ਭਾਸ਼ਾ ਕਹਾਊਗੀ। ਨੈਕਸਟ ਆ ਗਿਆ ਹੈਗਾ ਰਾਜ ਭਾਸ਼ਾ, ਜਿਹਨੂੰ ਆਪਾਂ ਆਫੀਸ਼ੀਅਲ ਲੈਂਗੁਏਜ ਕਹਿੰਦੇ ਹੈਗੇ ਆ। ਇਹ ਭਾਸ਼ਾ ਕਹਿੰਦੇ ਵੀ ਜਿਹਦਾ ਕੰਮ ਕਿਸੇ ਸਟੇਟ ਦੇ ਜਾਂ ਰਾਜ ਦੇ ਵਿੱਚ ਜਿਹੜੇ ਦਫ਼ਤਰੀ ਕੰਮ ਹੁੰਦੇ ਆ, ਪ੍ਰਬੰਧਕੀ ਕੰਮ ਹੁੰਦੇ ਆ, ਉਹਨਾਂ ਲਈ ਇਹ ਕੀਤਾ ਜਾਂਦਾ ਹੈ, ਮਤਲਬ ਕਿ ਇਹਨੂੰ ਜਨ ਭਾਸ਼ਾ ਵੀ ਕਿਹਾ ਜਾਂਦਾ ਹੈ। ਅਤੇ ਪੰਜਾਬ ਵਿੱਚ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੈ, ਅਤੇ ਸਾਰੇ ਕੰਮ ਜਿਹੜੇ ਆ ਪੰਜਾਬੀ ਵਿੱਚ ਹੀ ਕੀਤੇ ਜਾਂਦੇ ਆ ਸਰਕਾਰੀ। ਨੈਕਸਟ ਆ ਗਿਆ ਟਕਸਾਲੀ ਭਾਸ਼ਾ, ਸਟੈਂਡਰਡ ਲੈਂਗੁਏਜ। ਕਹਿੰਦੇ ਭਾਸ਼ਾ ਇਹੋ ਜਿਹੀ ਚੀਜ਼ ਹੈ ਜਿਹੜੀ 10 ਕੋਹ 'ਤੇ ਜਾ ਕੇ ਬਦਲ ਜਾਂਦੀ ਹੈ। ਅਤੇ ਉਸੇ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ, ਭਾਸ਼ਾ ਖੇਤਰਾਂ ਵਿੱਚ ਕਾਫੀ ਜਿਹੜੀਆਂ ਉਪਬੋਲੀਆਂ ਹੁੰਦੀਆਂ, ਪਰ ਕੀ ਹੁੰਦਾ ਵੀ ਵਿਆਕਰਨ ਤੌਰ 'ਤੇ ਕੁਛ ਚੀਜ਼ਾਂ ਆਪਾਂ ਕਹਿ ਸਕਦੇ ਹਾਂ ਬੋਲੀ, ਸਾਹਿਤਿਕ ਸ਼ਬਦਾਵਲੀ ਇਹਦੇ ਆਧਾਰ 'ਤੇ ਵਿਕਸਿਤ ਹੋ ਜਾਂਦੀਆਂ, ਤਾਂ ਉਹ ਟਕਸਾਲੀ ਬੋਲੀ ਨੂੰ ਆਪਾਂ ਸਵੀਕਾਰ ਕਰ ਲੈਂਦੇ ਹਾਂ। ਅਤੇ ਪੰਜਾਬੀ ਵਿੱਚ ਜੇ ਅਸੀਂ ਟਕਸਾਲੀ ਭਾਸ਼ਾ ਦਾ ਦਰਜਾ ਦਿੱਤਾ, ਉਹ ਹੈਗਾ ਮਾਝੀ ਉਪ ਭਾਸ਼ਾ ਹੈ, ਜਿਹੜੀ ਲਾਹੌਰ ਅਤੇ ਅੰਮ੍ਰਿਤਸਰ ਦੇ ਵਿੱਚ ਬੋਲੀ ਜਾਂਦੀ ਸੀ। ਅਤੇ ਇਸ ਦਾ ਹੀ ਜਿਹੜਾ ਪ੍ਰਯੋਗ ਹੈਗਾ ਉਹ ਸਾਂਝੇ ਰੂਪ ਦੇ ਵਿੱਚ ਪੰਜਾਬ ਦੇ ਸਰਕਾਰੀ ਚਿੱਠੀ ਪੱਤਰਾਂ, ਸਿੱਖਿਆ, ਰਚਨਾ, ਐਜੂਕੇਸ਼ਨ ਫੀਲਡ ਦੇ ਵਿੱਚ ਕੀਤਾ ਜਾਂਦਾ ਹੈ। ਲਾਸਟ ਵਨ ਹੈਗੀ ਆ ਵਿਦੇਸ਼ੀ ਭਾਸ਼ਾ, ਜਿਹਨੂੰ ਫੋਰਨ ਲੈਂਗੁਏਜ ਕਹਿੰਦੇ ਆ। ਇਹ ਉਹ ਭਾਸ਼ਾਵਾਂ ਹੁੰਦੀਆਂ ਦੇਸ਼ ਦੀਆਂ ਜਿਹੜੀਆਂ ਕਿਸੇ ਦੇਸ਼ ਦੀ ਮੂਲ ਭਾਸ਼ਾ, ਸੰਸਕ੍ਰਿਤ ਅਤੇ ਮਾਤ ਭਾਸ਼ਾ ਨਹੀਂ ਹੁੰਦੀਆਂ। ਇਹ ਵਿਦੇਸ਼ੀ ਭਾਸ਼ਾਵਾਂ ਹੀ ਕਹਾਉਂਦੀਆਂ, ਜਿਵੇਂ ਸਾਡੇ ਦੇਸ਼ ਲਈ ਜਾਪਾਨੀ, ਚੀਨੀ, ਜਰਮਨ, ਫਰੈਂਚ ਵਿਦੇਸ਼ੀ ਭਾਸ਼ਾ ਜਿਹੜੀਆਂ ਅਸੀਂ ਸਿੱਖਦੇ ਹਾਂ ਆਪਦੇ ਦੇਸ਼ ਵਿੱਚ ਰਹਿ ਕੇ ਕਿਸੇ ਹੋਰ ਦੇਸ਼ਾਂ ਦੀਆਂ ਭਾਸ਼ਾਵਾਂ ਨੂੰ। ਉਸ ਤੋਂ ਬਾਅਦ ਆ ਗਏ ਭਾਸ਼ਾ ਦੀ ਉਤਪਤੀ ਦੇ ਸਿਧਾਂਤ। ਉਤਪਤੀ ਦੇ ਸਿਧਾਂਤ ਦੇ ਵਿੱਚ ਜਿਵੇਂ ਦੈਵੀ ਸਿਧਾਂਤ ਆ ਗਏ, ਅਨੁਕਰਨ ਸਿਧਾਂਤ ਆ ਗਿਆ। ਇਹ ਤੁਹਾਨੂੰ ਮੈਂ ਦੱਸਦੀ ਹਾਂ। ਦੈਵੀ ਸਿਧਾਂਤ ਵਿੱਚ ਕਹਿੰਦੇ ਇਹ ਸਿਧਾਂਤ ਕਾਫੀ ਪੁਰਾਣਾ ਹੈਗਾ। ਕਹਿੰਦੇ ਪਹਿਲਾਂ ਮੰਨਦੇ ਹੈਗੇ ਆ ਵੀ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਸੀ, ਅਤੇ ਉਹਨਾਂ ਨੇ ਪਰਮਾਤਮਾ ਨੇ ਦੇਵੀ ਸ਼ਕਤੀ ਦੁਆਰਾ ਹੀ ਜਿਹੜੀ ਭਾਸ਼ਾ ਨੂੰ ਉਤਪੰਨ ਕੀਤਾ ਸੀ। ਮਤਲਬ ਜਿਹਦੇ ਅਨੁਸਾਰ ਮੰਨਿਆ ਜਾਂਦਾ, ਕਹਿੰਦੇ ਵੀ ਦੇਵੀ ਸਿਧਾਂਤ ਕਹਿੰਦਾ ਹੈ ਵੀ ਭਾਸ਼ਾ ਨੂੰ ਪਰਮਾਤਮਾ ਨੇ ਹੀ ਬਣਾਇਆ। ਅਤੇ ਉਸ ਤੋਂ ਬਾਅਦ ਅਨੁਕਰਨ ਦਾ ਸਿਧਾਂਤ ਵਿੱਚ ਮਨੁੱਖ ਕਹਿੰਦਾ ਵੀ ਮਨੁੱਖ ਇਹਦੇ ਸਿਧਾਂਤ ਦੇ ਅਨੁਸਾਰ ਕਹਿੰਦੇ ਆ ਵੀ ਜਿਹੜੀਆਂ ਭਾਸ਼ਾ ਹੈ ਉਹ ਆਪਣੇ ਆਲੇ ਦੁਆਲੇ ਅਤੇ ਜੀਵਾਂ ਦੀਆਂ ਵਸਤੂਆਂ ਦੀ ਸੁਭਾਵਿਕ ਆਵਾਜ਼ਾਂ ਦੀ ਨਕਲ ਨਾਲ ਜਿਹੜੀ ਭਾਸ਼ਾ ਬਣੀ ਹੈ, ਵੀ ਮਨੁੱਖ ਨਕਲ ਕਰਨ ਦੀ ਮਨੁੱਖ ਦੇ ਵਿੱਚ ਰੁਚੀ ਹੈ,
ਤੇ ਪ੍ਰਾਚੀਨ ਸਮੇਂ 'ਚ ਜਦੋਂ ਮਨੁੱਖ ਜੰਗਲ ਵਿੱਚ ਰਹਿੰਦਾ ਸੀ ਤਾਂ ਕੁਦਰਤੀ ਦ੍ਰਿਸ਼ਾਂ ਨੂੰ ਦੇਖਦਾ ਸੀ, ਪੰਛੀਆਂ ਦੇ ਆਉਂਦਾ ਸੀਗਾ ਸੰਪਰਕ ਵਿੱਚ, ਤਾਂ ਉਹਨਾਂ ਦੀ ਨਕਲ ਕਰਕੇ ਜਿਹੜਾ ਧੁਨੀਆਂ ਦਾ ਵਿਕਾਸ ਹੋਇਆ ਅਤੇ ਅੱਗੇ ਅੱਗੇ ਭਾਸ਼ਾ ਨੇ ਜਨਮ ਲਿਆ। ਮਤਲਬ ਕਹਿੰਦੇ ਵੀ ਇਸ ਅਨੁਸਾਰ ਇਹ ਕਹਿੰਦੇ ਆ ਸੈਕਿੰਡ ਸਿਧਾਂਤ ਅਨੁਸਾਰ ਵੀ ਨਕਲ ਕਰਨ ਨਾਲ ਜਿਹੜਾ ਸਿੱਖਿਆ। ਧਾਤੂ ਸਿਧਾਂਤ ਵਿੱਚ ਕਹਿੰਦੇ ਵੀ ਮਨੁੱਖ ਨੂੰ ਪਰਮਾਤਮਾ ਤੋਂ ਕੁਝ ਸ਼ਬਦ ਮਿਲੇ ਆ, ਮੂਲ ਸ਼ਬਦ, ਜਿਨ੍ਹਾਂ ਨੂੰ ਧਾਤੂ ਸ਼ਬਦ ਕਿਹਾ ਜਾਂਦਾ ਹੈ। ਕਹਿੰਦੇ ਵੀ ਮਨੁੱਖ ਨੇ ਇਹਨਾਂ ਮੂਲ ਧਾਤੂਆਂ ਦੇ ਆਧਾਰ 'ਤੇ ਭਾਸ਼ਾ ਦੀ ਸਿਰਜਣਾ ਕੀਤੀ ਹੈ। ਮਤਲਬ ਇਹਦੇ ਅਕੋਰਡਿੰਗ ਜਿਹੜਾ ਕਿਹਾ ਜਾਂਦਾ ਹੈ, ਕਹਿੰਦੇ ਵੀ ਮਤਲਬ ਕਿ ਪਰਮਾਤਮਾ ਨੇ ਕੁਝ ਸ਼ਬਦ ਦਿੱਤੇ ਸੀਗੇ ਤਾਂ ਜਿਨ੍ਹਾਂ ਨੂੰ ਆਪਾਂ ਧਾਤੂ ਸ਼ਬਦ ਕਿਹਾ ਜਾਂਦਾ ਅਤੇ ਉਹਦੇ ਨਾਲ ਰਚਨਾ ਹੋਈ ਹੈ। ਨੈਕਸਟ ਹੈਗਾ ਮਨੋਭਾਵਨਾ ਅਤੇ ਪ੍ਰਗਟਾਵੇ ਦਾ ਸਿਧਾਂਤ। ਇਹ ਸਿਧਾਂਤ ਕੀ ਕਹਿੰਦਾ ਹੈ, ਕਹਿੰਦੇ ਵੀ ਜਦੋਂ ਕੁਛ ਗੱਲਾਂ ਮੂੰਹੋਂ ਨਿਕਲ ਜਾਂਦੀਆਂ ਹੈ ਨਾ, ਜਿਵੇਂ ਖੁਸ਼ੀ, ਹੈਰਾਨੀ, ਜਾਂ ਆਪਾਂ ਕਹਿ ਦਿੰਦੇ ਹਾਂ ਵਾਹ, ਹਾਏ, ਉਫ, ਕਹਿੰਦੇ ਉਦੋਂ ਧੁਨੀਆਂ ਦਾ ਉਚਾਰਨ ਹੁੰਦਾ ਅਤੇ ਇਸ ਤਰੀਕੇ ਨਾਲ ਕਹਿੰਦੇ ਹੌਲੀ ਹੌਲੀ ਜਿਹੜਾ ਭਾਸ਼ਾ ਦਾ ਜਿਹੜਾ ਵਿਕਾਸ ਹੋਇਆ। ਮਤਲਬ ਇਹ ਜਿਹੜਾ ਸਿਧਾਂਤ ਹੈਗਾ ਚੌਥਾ, ਇਹ ਕਹਿੰਦਾ ਵੀ ਜਦੋਂ ਮਨੁੱਖ ਆਪਦੇ ਹਾਵ ਭਾਵ, ਆਪਦੀਆਂ ਖੁਸ਼ੀਆਂ, ਆਪਦੀਆਂ ਜੋ ਉਹਦੇ ਨਾਲ ਘਟਨਾਵਾਂ ਵਾਪਰਦੀਆਂ ਉਹਦੇ ਅਕੋਰਡਿੰਗ ਜੋ ਉਹ ਮਤਲਬ ਉਹਦੇ ਅੰਦਰੋਂ ਧੁਨੀਆਂ ਉਚਾਰਦਾ ਉਹ, ਤਾਂ ਉਹਦੇ ਨਾਲ ਹੀ ਭਾਸ਼ਾ ਦਾ ਜਨਮ ਹੌਲੀ ਹੌਲੀ ਹੋਇਆ। ਨੈਕਸਟ ਆ ਗਿਆ ਨਾਦ ਤੰਦੀ ਧੁਨੀ ਸਿਧਾਂਤ। ਇੱਥੇ ਨਾਦ ਤਬਦੀਲੀ ਨਹੀਂ ਹੈਗਾ, ਨਾਦ ਤੰਦੀ ਧੁਨੀ ਸਿਧਾਂਤ ਹੈ ਇਹਨੂੰ ਸਹੀ ਕਰ ਲਿਓ। ਹਾਂਜੀ, ਇਹਦੇ ਵਿੱਚ ਕੀ ਕਹਿੰਦੇ ਆ, ਕਹਿੰਦੇ ਇਹਦੇ ਅਨੁਸਾਰ ਕਹਿੰਦੇ ਵੀ ਮਨੁੱਖ ਨਾਲ ਕੋਈ ਮਤਲਬ ਮਨੁੱਖ ਜਦੋਂ ਕੋਈ ਜ਼ੋਰ ਵਾਲਾ ਕੰਮ ਕਰਦਾ ਸੀਗਾ ਪਹਿਲਾਂ, ਤਾਂ ਉਹਦੇ ਨਾਦ ਤੰਦਾਂ ਦੀ ਕੰਪਨ ਪੈਦਾ ਹੁੰਦੀ ਸੀ। ਨਾਦ ਹੁੰਦਾ ਗੂੰਜ, ਜਿਵੇਂ ਆਵਾਜ਼ ਆਪਾਂ ਕਹਿ ਸਕਦੇ ਹਾਂ। ਕਹਿੰਦੇ ਜਦੋਂ ਉਹ ਜ਼ੋਰ ਨਾਲ ਕੋਈ ਕੰਮ ਕਰਦਾ ਸੀ, ਜਿਹੜੀਆਂ ਸੁਭਾਵਿਕ ਰੂਪ 'ਚ ਜਿਹੜੀਆਂ ਉਹਦੀਆਂ ਧੁਨੀਆਂ ਮੂੰਹ 'ਚੋਂ ਨਿਕਲਦੀਆਂ ਸੀ, ਹੌਲੀ ਹੌਲੀ ਵੀ ਉਹੀ ਭਾਸ਼ਾ ਦਾ ਇੱਕ ਉਤਪਤੀ ਦਾ ਸੋਮਾ ਬਣੀ ਆ। ਜਿਵੇਂ ਇਹਨਾਂ ਨੇ ਇੱਕ ਆਪਾਂ ਇਹਦੇ ਵਿੱਚ ਉਦਾਹਰਣ ਲੈ ਸਕਦੇ ਹਾਂ, ਕਹਿੰਦੇ ਜਿਵੇਂ ਲੁਹਾਰ ਹੁੰਦਾ ਸੀਗਾ ਤਾਂ ਜਦੋਂ ਲੋਹੇ ਨੂੰ ਕੁੱਟਦਾ ਸੀ ਤਾਂ ਉਹਦੇ ਮੂੰਹ ਵਿੱਚੋਂ ਹੈ ਦੀ ਧੁਨੀ ਨਿਕਲਦੀ ਸੀਗੀ। ਤਾਂ ਮਤਲਬ ਕਿ ਉਹ ਕਹਿੰਦੇ ਵੀ ਜੋ ਮਨੁੱਖ ਕੰਮ ਕਰਨ ਦੇ ਦੌਰਾਨ ਜਿਹੜੀਆਂ ਚੀਜ਼ਾਂ ਆਵਾਜ਼ਾਂ ਨਿਕਲਦੀਆਂ ਸੀ, ਉਹਦੇ ਨਾਲ ਭਾਸ਼ਾ ਦਾ ਜਨਮ ਹੋਇਆ। ਫਿਰ ਉਹ ਕਹਿੰਦੇ ਸੰਗੀਤ ਸਿਧਾਂਤ ਕੀ ਕਹਿੰਦਾ, ਸੰਗੀਤ ਸਿਧਾਂਤ ਕਹਿੰਦਾ ਵੀ ਮਨੁੱਖ ਨਾਲ ਗੂੜਾ ਸੰਬੰਧ ਹੈ। ਕਹਿੰਦੇ ਖੁਸ਼ੀ, ਗਮੀ, ਪ੍ਰੇਮ, ਜਦੋਂ ਹੁਣ ਇਹੋ ਜਿਹੀਆਂ ਵਿੱਚ ਮਤਲਬ ਇਹੋ ਜਿਹੇ ਹਾਲਾਤਾਂ ਦੇ ਵਿੱਚ ਸੁਤੇ ਸਿੱਧੇ ਜਦੋਂ ਆਵਾਜ਼ਾਂ ਨਿਕਲਣ ਲੱਗ ਜਾਂਦੀਆਂ ਸੀ ਅਤੇ ਮਨੁੱਖ ਗੁਣਗੁਣਾਉਣ ਲੱਗਦਾ ਸੀ, ਤਾਂ ਜਦੋਂ ਮਨੁੱਖ ਖੁਸ਼ੀ ਦੇ ਟਾਈਮ ਦੇ ਵਿੱਚ ਜਿਹੜੇ ਸ਼ਬਦ ਗੁਣਗੁਣਾਉਂਦਾ ਸੀ, ਸੰਗੀਤਮਈ ਆਵਾਜ਼ਾਂ ਨਿਕਲਦੀਆਂ ਸੀ, ਉਹਨਾਂ ਨੇ ਭਾਸ਼ਾ ਦਾ ਰੂਪ ਧਾਰਨ ਕਰ ਲਿਆ। ਮਤਲਬ ਕਹਿੰਦੇ ਸੰਗੀਤ ਸਿਧਾਂਤ ਇਹ ਕਹਿੰਦਾ। ਨੈਕਸਟ ਆ ਗਿਆ ਪ੍ਰਿੰਸੀਪਲ ਆਫ ਸਿੰਬਲਸ। ਜਿਹੜਾ ਚਿੰਨ੍ਹਵਾਦੀ ਸਿਧਾਂਤ ਹੈਗਾ, ਇਹ ਕੀ ਕਹਿੰਦਾ ਵੀ ਮਨੁੱਖ ਮਤਲਬ ਇਸ ਸਿਧਾਂਤ ਕਹਿੰਦਾ ਵੀ ਮਨੁੱਖ ਚਿੰਨ੍ਹਾਂ ਦੁਆਰਾ ਆਪਣਾ ਵਿਚਾਰ ਪ੍ਰਗਟਾਉਂਦਾ ਸੀਗਾ, ਵੀ ਫਿਰ ਉਹਨੂੰ ਸ਼ਬਦ ਦਾ ਰੂਪ ਦੇ ਦਿੰਦਾ ਸੀਗਾ। ਵੀ ਉਹ ਚਿੰਨ੍ਹ ਤਸਵੀਰਾਂ ਦੇ ਰੂਪ 'ਚ ਵੀ ਹੋ ਸਕਦੇ ਸੀ, ਸੰਕੇਤਾਂ ਦੇ ਵਿੱਚ ਵੀ ਮਤਲਬ ਉਹ ਚਿੰਨ੍ਹ ਘਟਦਾ ਸੀ, ਫਿਰ ਉਹਨੂੰ ਜਾਂ ਤਸਵੀਰਾਂ ਦੇ ਵਿੱਚ ਜਾਂ ਫਿਰ ਉਸ ਤੋਂ ਸ਼ਬਦ ਜਿਹੜੇ ਅੱਗੇ ਡਿਵੈਲਪ ਹੋ ਜਾਂਦੇ ਸੀਗੇ। ਠੀਕ ਹੈ, ਇਸ ਤੋਂ ਬਾਅਦ ਨੈਕਸਟ ਹੈਗਾ ਸੰਪਰਕ ਸਿਧਾਂਤ। ਕਹਿੰਦੇ ਪ੍ਰਿੰਸੀਪਲ ਆਫ ਕੰਟੈਕਟ ਦੇ ਵਿੱਚੋਂ ਕਹਿੰਦਾ ਵੀ ਹੁਣ ਮੰਨ ਲਓ ਮਨੁੱਖ ਸਮਾਜਿਕ ਪ੍ਰਾਣੀ ਆ, ਅਤੇ ਸ਼ੁਰੂ ਤੋਂ ਜਦੋਂ ਉਹ ਸਮੂਹਾਂ ਕਬੀਲਿਆਂ ਦੇ ਵਿੱਚ ਵਿਚਰਦਾ ਸੀ, ਰਹਿੰਦਾ ਸੀ, ਤਾਂ ਉੱਥੇ ਸੰਪਰਕ ਦੇ ਵਿੱਚ ਆਉਣ ਨਾਲ ਉਹ ਇੱਕ ਦੂਜੇ ਨਾਲ ਆਪਦੇ ਵਿਚਾਰਾਂ ਨੂੰ ਪ੍ਰਗਟਾਉਂਦਾ ਸੀ, ਤਾਂ ਇੱਕ ਦੂਜੇ ਦੇ ਇਸ਼ਾਰਿਆਂ ਨਾਲ ਗੱਲਬਾਤ ਕਰਦਾ ਸੀ, ਤਾਂ ਉਹ ਧੁਨੀਆਂ ਦਾ ਸਹਾਰਾ ਲੈਣਾ ਪੈਂਦਾ ਸੀ। ਜਿਹੜੀਆਂ ਧੁਨੀਆਂ ਉਤਪੰਨ ਹੋਈਆਂ ਉਹਦੇ ਨਾਲ ਹੀ ਭਾਸ਼ਾ ਕਹਿੰਦੇ ਉਤਪੰਨ ਹੋਈ ਹੈ। ਸੋ ਨੈਕਸਟ ਇਜ਼ ਲਾਸਟ ਵਨ ਹੈਗਾ ਵਿਕਾਸਵਾਦੀ ਸਿਧਾਂਤ। ਇਹ ਸਿਧਾਂਤ ਕਹਿੰਦੇ ਹੈਗਾ ਇਹਦਾ ਜਿਹੜਾ ਸੰਬੰਧ ਹੈਗਾ ਵਿਕਾਸਵਾਦੀ ਸਕੂਲ ਨਾਲ ਹੈ। ਕਹਿੰਦੇ ਜਿਵੇਂ ਮਨੁੱਖ ਇੱਕ ਦੂਸਰੇ ਦੇ ਸੰਪਰਕ ਵਿੱਚ ਆਉਂਦਾ ਗਿਆ, ਉਵੇਂ ਕੁਝ ਕੁ ਉਹ ਧੁਨੀਆਂ ਉਚਾਰਦਾ ਸੀ, ਕੁਝ ਧੁਨੀਆਂ ਉਹਨਾਂ ਦੇ ਵਿੱਚੋਂ ਸਾਰਥਿਕ ਹੁੰਦੀਆਂ ਗਈਆਂ, ਜਿਹੜੀਆਂ ਮਿਲ ਕੇ ਭਾਸ਼ਾ ਬਣ ਗਈਆਂ। ਤਾਂ ਸੋ ਲਾਸਟ 'ਤੇ ਆਪਾਂ ਇਹੀ ਕਹਿ ਸਕਦੇ ਹਾਂ ਵੀ ਕਹਿੰਦੇ ਭਾਸ਼ਾ ਉਤਪਤੀ ਦੇ ਕਾਫੀ ਸਿਧਾਂਤ ਹੈਗੇ ਆ, ਅਤੇ ਇਹਨਾਂ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ, ਕੋਈ ਵੀ ਕਹਿੰਦੇ ਇਕੱਲਾ ਸਿਧਾਂਤ ਨਹੀਂ ਇਹ ਕਹਿ ਸਕਦਾ ਵੀ ਇਹਦੇ ਕਹਿਣ ਨਾਲ ਹੀ ਭਾਸ਼ਾ ਦੀ ਜਿਹੜੀ ਉਤਪਤੀ ਸਹੀ ਮੰਨੀ ਜਾ ਸਕਦੀ ਹੈ। ਅਸਲ ਵਿੱਚ ਉਹ ਕਹਿੰਦੇ ਵੀ ਭਾਸ਼ਾ ਦੀ ਉਤਪਤੀ ਜਿਹੜੇ ਸਾਰੇ ਸਿਧਾਂਤ ਤੁਹਾਨੂੰ ਦੱਸੇ ਆ, ਇਹਨਾਂ ਦੇ ਵਿੱਚੋਂ ਕੁਝ ਨਾ ਕੁਝ ਹਰੇਕ ਦਾ ਹਿੱਸਾ ਹੈ, ਪਰ ਜੇ ਆਪਾਂ ਸਭ ਤੋਂ ਵੱਧ ਜੇ ਪ੍ਰਮਾਣਿਕ ਮੰਨਦੇ ਹਾਂ ਤਾਂ ਉਹ ਵਿਕਾਸਵਾਦੀ ਸਿਧਾਂਤ ਨੂੰ ਮੰਨਦੇ ਆ ਵੀ ਹਾਂ, ਜਦੋਂ ਵੀ ਲਾਸਟ ਜਿਹੜਾ ਹੈਗਾ ਵਿਕਾਸਵਾਦੀ, ਵੀ ਜਦੋਂ ਪਰਸਨ ਇੱਕ ਦੂਜੇ ਦੇ ਸੰਪਰਕ 'ਚ ਆਉਂਦੇ ਆ ਤਾਂ ਧੁਨੀਆਂ ਦਾ ਜਿਹੜਾ ਡਿਵੈਲਪ ਹੁੰਦੀਆਂ, ਤਾਂ ਹੋ ਸਕਦਾ ਜਿਹੜੀਆਂ ਸਾਰਥਿਕ ਧੁਨੀਆਂ ਉਹਨਾਂ ਨਾਲ ਹੀ ਭਾਸ਼ਾ ਮਿਲ ਕੇ ਬਣੀ ਹੈ। ਤਾਂ ਸੋ ਲਾਸਟ ਵਨ ਨੂੰ ਅਸੀਂ ਥੋੜ੍ਹਾ ਜਿਹਾ ਜ਼ਿਆਦਾ ਮਤਲਬ ਕਿ ਮੰਨ ਸਕਦੇ ਹਾਂ ਵੈਲਿਡ, ਬਾਕੀ ਸਾਰਿਆਂ ਦਾ ਥੋੜ੍ਹਾ ਹਿੱਸਾ ਜ਼ਰੂਰ ਹੈਗਾ, ਪਰ ਆਪਾਂ ਸਾਰੇ ਇਹ ਨਹੀਂ ਕਹਿ ਸਕਦੇ ਵੀ ਪ੍ਰੋਪਰ ਸਾਰੇ ਲਾਗੂ ਹੁੰਦੇ ਆ। ਸੋ ਆਸ ਕਰਦੇ ਹਾਂ ਤੁਹਾਨੂੰ
ਭਾਸ਼ਾ ਦੀ ਉਤਪਤੀ ਨਾਲ ਅਰਥ ਪਰਿਭਾਸ਼ਾ ਅਤੇ ਉਤਪਤੀ ਦੇ ਜਿਹੜੇ ਸਿਧਾਂਤ ਆ ਉਹ ਕਾਫੀ ਸਮਝ ਆਏ ਹੋਣੇ ਆ। ਸੋ ਧੰਨਵਾਦ ਜੀ।